ਗਤੀ। ਅਸੀਂ ਅਜੇ ਕੱਲ ਹੀ ਕੁਲਦੀਪ ਕੋਲੋਂ ਕੈਨੇਡਾ ਤੋਂ ਵਾਪਸ ਆਏ ਸੀ। ਥਕੇਵਾਂ ਵੀ ਨਹੀਂ ਉਤਰਿਆ ਸੀ ਜਦੋਂ ਹਾਕਮ ਨੇ ਫੂਆ ਦੀ ਗੰਭੀਰ ਬਿਮਾਰ ਹਾਲਤ ਬਾਰੇ ਫੋਨ ਤੇ ਦੱਸ ਦਿੱਤਾ। ਦੂਜੇ ਦਿਨ ਅਸੀਂ ਚਾਹ ਪੀਂਦਿਆਂ ਹੀ ਫੂਆ ਦੇ ਸਹੁਰਿਆਂ ਵੱਲ ਤੁਰ ਪਏ ਸੀ। ਮੱਥਾ ਟੇਕਦਾ ਫੂਆ ਕਹਿੰਦਿਆਂ ਮੈਂ ਫੂਆ ਦੇ ਮੰਜੇ ਤੇ ਝੁਕਿਆ, ਪਰ ਫੂਆ ਅਹਿਲ ਪਈ ਰਹੀ। ਹਫ਼ਤਾ ਹੋ ਗਿਆ ਹੁਣ ਤਾਂ ਕਿਸੇ ਨੂੰ ਪਛਾਣਦੀ ਵੀ ਨਹੀਂ। ਨਾਲ ਦੇ ਮੰਜੇ ਤੇ ਬੈਠਾ ਹਾਕਮ ਬੋਲਿਆ। ਬਸ ਰੌਲਾ ਪਾਣੀ ਦਾ ਚਮਚਾ ਅੰਦਰ ਜਾਂਦਾ ਹਾਕਮ ਦੀ ਘਰਵਾਲੀ ਜੀਤ ਰਮਨ ਨੂੰ ਦੱਸਣ ਲੱਗੀ। ਨਾ ਕੋਈ ਹਿਲਜੁਲ, ਨਾ ਕੋਈ ਬੋਲ, ਬਸ ਸਾਹ ਚਲੀ ਜਾਂਦੇ ਨੇ। ਨਾ ਡਾਕਟਰਾਂ ਨੂੰ ਕੋਈ ਸਮਝ ਆਈ। ਸਾਰੀਆਂ ਰਿਪੋਰਟਾਂ ਸਹੀ ਆਉਂਦੀਆਂ ਰਹੀਆਂ। ਹੁਣ ਕਹਿੰਦੇ ਕਰੇ ਸੇਵਾ ਕਰ ਲਓ। ਫੂਆ, ਮੈਂ ਰਮਨ। ਉਹ ਥੋੜਾ ਜਿਹਾ ਉੱਚਾ ਬੋਲੀ। ਫੂਆ ਦੀਆਂ ਪੁਤਲੀਆਂ ਹਿੱਲੀਆਂ। ਅਸੀਂ ਚਾਰੇ ਇੱਕ ਦੂਜੇ ਵੱਲ ਝਾਕੇ। ਫੂਆ, ਮੈਂ ਉਹਦੇ ਕੰਨ ਕੋਲ ਝੁਕ ਕੇ ਕਿਹਾ। ਉਸਨੇ ਮਾੜੀਆਂ ਜਿਹੀਆਂ ਅੱਖਾਂ ਖੋਲੀਆਂ। ਬੁੱਲ ਫਰਕੇ। ਉਸਦਾ ਹੱਥ ਮੇਰੇ ਵੱਲ ਉੱਠਿਆ। ਮੈਂ ਫੜ ਕੇ ਆਪਣੇ ਮੋਢੇ ਤੇ ਧਰ ਲਿਆ ਤੇ ਮੈਂ ਕੰਨ ਉਸਦੇ ਮੂੰਹ ਕੋਲ ਕਰ ਲਿਆ। ਉਹਨੇ ਦੋ ਕੁ ਬੋਲ ਹੀ ਬੋਲੇ, ਜਿਹਨਾਂ ਨੂੰ ਸਮਝਣ ਦੀ ਮੈਂ ਕੋਸ਼ਿਸ਼ ਕਰਨ ਲੱਗਿਆ, ਪਰ ਰਮਨ ਤੇ ਜੀਤ ਦੇ ਉੱਚੀ ਬੋਲਾਂ ਨੇ ਮੇਰੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਫੂਆ ਦਾ ਨਿਰਜਿੰਦ ਹੱਥ ਮੇਰੇ ਮੋਢੇ ਤੋਂ ਹੇਠ ਡਿੱਗ ਪਿਆ। ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਸਨ। ਮੈਂ ਮਿੰਟ ਕੁ ਲਈ ਉਸ ਦੀਆਂ ਪੁਤਲੀਆਂ ਦੱਬੀ ਰੱਖੀਆਂ, ਤੇ ਮੇਰੀ ਤਾਹ ਨਿਕਲਣੋਂ ਮਸਾਂ ਬਚੀ। ਮੈਨੂੰ ਲੱਗਿਆ ਜਿਵੇਂ ਫੂਆ ਤਾਂ ਇਹ ਬੋਲ ਬੋਲਣ ਲਈ ਹੀ ਸਾਹ ਲੈਂਦੀ, ਮੈਨੂੰ ਉਡੀਕ ਰਹੀ ਸੀ। ਉਹ ਕੀ ਬੋਲਣਾ ਚਾਹੁੰਦੀ ਹੋਣੀ। ਫੂਆ ਦੇ ਸਰਾਹਣੇ ਪਾਸੇ ਬੈਠਦਿਆਂ ਮੈਂ ਉਸਦਾ ਸਿਰ ਆਪਣੇ ਗੋਡੇ ਉੱਪਰ ਧਰ ਲਿਆ ਤੇ ਮੇਰੀਆਂ ਹੰਝੂ ਭਰੀਆਂ ਅੱਖਾਂ ਉਸਦੇ ਚਿਹਰੇ ਤੇ ਟਿਕ ਗਈਆਂ। ਮੈਨੂੰ ਲੱਗਿਆ ਜਿਵੇਂ ਫੂਆ ਹੁਣ ਵੀ ਬੋਲੇਗੀ। ਸਾਗਰਾ, ਭਾਈ ਤੂੰ ਐਨਾ ਚਿਰ ਲਾਤਾ, ਮੈਂ ਤਾਂ ਕਦੋਂ ਦੀ ਤੈਨੂੰ ਟਿਕੀ ਜਾਂਦੀ ਸੀ। ਕਦੋਂ ਕੀ ਜਦੋਂ ਦੇ ਤੁਸੀਂ ਗਏ ਸੀ, ਉਸੇ ਦਿਨ ਦੀ ਡੀਕ ਸੀ ਥੋੜੀ। ਕਦੋਂ ਦੀ ਟਿਕੀ ਜਾਨੀਆਂ। ਇਹੀ ਗੱਲ ਫੂਆ ਉਦੋਂ ਕਹਿੰਦੀ ਹੁੰਦੀ ਸੀ ਜਦੋਂ ਮੈਂ ਚੌਥੀ ਪੰਜਵੀਂ 'ਚ ਉਹਨਾਂ ਕੋਲ ਰਹਿ ਕੇ ਪੜ੍ਹਦਾ ਹੁੰਦਾ ਸੀ। ਉਹ ਮੈਨੂੰ ਤੇ ਹਾਕਮ ਨੂੰ ਸਕੂਲੋਂ ਅੱਧੀ ਛੁੱਟੀ ਵੇਲੇ ਬਾਹਰ 'ਚ ਖੜੀ ਉਡੀਕ ਰਹੀ ਹੁੰਦੀ। ਤਾਜ਼ੀਆਂ ਪਕਾਈਆਂ ਗੱਦਰ ਗੱਦਰ ਰੋਟੀਆਂ ਦੀ ਬੂਰਾ ਖੰਡ ਤੇ ਦੇਸੀ ਘਿਓ ਵਿੱਚ ਕੁੱਟੀ ਚੂਰੀ ਅਸੀਂ ਜ਼ਿੱਦ ਖਾਂਦੇ। ਫੂਆ ਨਾਲ ਮੇਰਾ ਮੋਹ ਬਚਪਨ ਤੋਂ ਹੀ ਸੀ। ਇਹਦਾ ਇੱਕ ਕਾਰਨ ਮੈਂ ਪ੍ਰਾਇਮਰੀ ਸਕੂਲ ਤੱਕ ਦੀ ਪੜ੍ਹਾਈ ਫੂਆ ਦੇ ਸਹੁਰੇ ਪਿੰਡ ਤੋਂ ਹੀ ਕੀਤੀ ਸੀ। ਫੂਆ ਇੱਕ ਵਾਰ ਸਾਡੇ ਪਿੰਡ ਮਿਲਣ ਆਈ। ਉਦੋਂ ਮੈਂ ਤੇ ਹਾਕਮ 5 ਕੁ ਸਾਲਾਂ ਦੇ ਹੋਵਾਂਗੇ। ਅਸੀਂ ਇਕੱਠੇ ਖੇਡਦੇ, ਮਸਤੀ ਕਰਦੇ, ਪੂਰੇ ਕੁਲ ਮਿਲ ਗਏ। ਜਦੋਂ ਹਫ਼ਤੇ ਕੁ ਬਾਅਦ ਫੁੱਫੜ ਫੂਆ ਨੂੰ ਲੈਣ ਆਇਆ, ਅਸੀਂ ਦੋਵਾਂ ਨੇ ਜ਼ਿੱਦ ਕਰ ਲਈ। ਹਾਕਮ ਮੇਰੇ ਬਗੈਰ ਆਪਦੇ ਪਿੰਡ ਨਹੀਂ ਜਾ ਰਿਹਾ ਸੀ। ਮੈਂ ਹਾਕਮ ਬਿਨਾਂ ਆਪਣੇ ਘਰ ਨਹੀਂ ਰਹਿਣਾ ਚਾਹੁੰਦਾ ਸੀ। ਇੱਕ ਦੂਜੇ ਨੂੰ ਘੁੱਟ ਕੇ ਫੜੀ, ਅਸੀਂ ਰੋਈਏ, ਪੁੰਜੇ ਲਿਟੀਏ, ਬੁਰਾ ਹਾਲ। ਮਸਲਾ ਖੜਾ ਹੋ ਗਿਆ। ਇਸ ਮਸਲੇ ਦਾ ਹੱਲ ਫੁੱਫੜ ਨੇ ਕੱਢ ਲਿਆ ਸੀ। ਹਾਕਮ ਨੂੰ ਸਾਡੇ ਪਿੰਡ ਛੱਡਣ ਦੀ ਬਜਾਏ ਉਹਨਾਂ ਮੈਨੂੰ ਆਪਣੇ ਨਾਲ ਲਿਜਾਣਾ ਤੈਅ ਕਰ ਲਿਆ। ਬੇਬੇ ਬਾਪੂ ਕੋਲ ਭੈਣ ਰਹਿ ਗਈ ਸੀ। ਫੂਆ ਦੇ ਸਹੁਰੀ ਅਸੀਂ ਇਕੱਠੇ ਸਕੂਲ ਜਾਂਦੇ, ਆਉਂਦੇ, ਖੇਡਦੇ। ਫੂਆ ਸਾਨੂੰ ਇੱਕੋ ਜਿੰਨਾ ਪਿਆਰ ਕਰਦੀ। ਚਾਚਾ, ਸੋਨੂੰ ਚਾਚੀ ਬੁਲਾਉਂਦੀ ਆ। ਹਾਕਮ ਦੇ ਮੁੰਡੇ ਹਿਰਦੇਪਾਲ ਦੀ ਆਵਾਜ਼ ਨੇ ਮੇਰੀ ਪੀਨਕ ਤੋੜ ਦਿੱਤੀ। ਫੂਆ ਦੇ ਸਿਰ ਹੇਠੋਂ ਗੋਡਾ ਕੱਢਦਿਆਂ ਮੈਂ ਚੁਫੇਰੇ ਦੇਖਿਆ। ਆਂਢ ਗੁਆਂਢ ਫੂਆ ਦੇ ਘਰ ਇਕੱਠਾ ਹੋਣ ਲੱਗ ਗਿਆ ਸੀ। ਬੁੜੀਆਂ ਕਹਿੰਦੀਆਂ, ਅੰਤਿਮ ਸ਼ਨਾਨ ਵੇਲੇ ਸਾਰਾ ਕੁਝ ਪੇਕਿਆਂ ਦਾ ਹੁੰਦਾ, ਸਾਬਣ, ਤੇਲ, ਦਹੀਂ, ਕਫਨ ਵੀ ਕਿਵੇਂ ਕਰਨਾ। ਰਮਨ ਮੇਰੀ ਸਲਾਹ ਲੈ ਰਹੀ ਸੀ। ਜਦੋਂ ਔਰਤ ਆਪਦਾ ਸਾਰਾ ਜੀਵਨ ਸਹੁਰੇ ਘਰ ਦੇ ਲੇਖੇ ਲਾ ਦਿੰਦੀ ਆ, ਫਿਰ ਅਖੀਰਲਾ ਪਹਿਰਾਵਾ ਉਹਦੇ ਸਹੁਰੇ ਘਰੋਂ ਕਿਉਂ ਨਹੀਂ। ਇਹੀ ਘਰ ਤਾਂ ਉਸਦਾ ਆਪਦਾ ਹੁੰਦਾ। ਮੇਰੀ ਮਾਂ ਪੂਰੀ ਹੋਈ ਤੇ ਮੈਂ ਆਪਦੀਆਂ ਮਾਮਿਆਂ ਸਾਹਮਣੇ ਅੜ ਗਿਆ ਸੀ। ਇਹ ਕਿਵੇਂ ਤੇਰੇ ਕਹਿਣ ਨਾਲ ਕਿਤੇ ਰਿਵਾਜ ਬਦਲਣ ਲੱਗੇ ਨੇ ਭਲਾ। ਹੈ ਕਮਲਾ ਨਾ ਹੋਵੇ। ਫੂਆ ਮੇਰੀਆਂ ਮਾਮਿਆਂ ਦੇ ਪੱਖ ਵਿੱਚ ਡਟ ਗਈ ਸੀ। ਤੇ ਉਹੀ ਹੋਇਆ ਸੀ ਜੇ ਉਹ ਚਾਹੁੰਦੀਆਂ ਸੀ। ਮੈਂ ਚਾਹੁੰਦਾ ਹੋਇਆ ਵੀ ਮਾਂ ਦਾ ਕਫਨ ਘਰੋਂ ਨਹੀਂ ਪਾ ਸਕਿਆ ਸੀ। ਜੀਤ ਤੇ ਹਾਕਮ ਕੀ ਕਹਿੰਦੇ ਨੇ? ਮੈਂ ਰਮਨ ਨੂੰ ਪੁੱਛਿਆ। ਉਹ ਵੀ ਪਿੰਡ ਵਾਲਿਆਂ ਦੀ ਬੋਲੀ ਬੋਲਦੇ ਨੇ। ਮੈਂ ਬਟੂਏ ਚੋਂ 2000 ਰੁਪਏ ਕੱਢ ਕੇ ਰਮਨ ਨੂੰ ਫੜਾ ਦਿੱਤੇ। ਉਹ ਹਿਰਦੇਪਾਲ ਨਾਲ ਮੋਟਰਸਾਈਕਲ ਤੇ ਫੂਆ ਦੇ ਕਫਨ ਲਈ ਨਵੇਂ ਕੱਪੜੇ ਤੇ ਹੋਰ ਨਿੱਕ ਸੁੱਖ ਲੈਣ ਲਈ ਚਲੀ ਗਈ। ਵੇ ਨਵੇਂ ਕੱਪੜੇ ਆ 10-20 ਦਿਨ ਤਾਂ ਰੱਖ ਲਓ। ਨਵਿਆਂ ਵਾਂਗੂ। ਹਾਕਮ ਤੇ ਮੈਨੂੰ ਕਹੇ ਫੂਆ ਦੇ ਬੋਲ ਮੈਨੂੰ ਚੇਤੇ ਆ ਗਏ। ਫੂਆ ਫੁੱਫੜ ਨੇ ਮੇਰੇ ਤੇ ਹਾਕਮ 'ਚ ਕਦੇ ਦਰਿਆਤ ਨਹੀਂ ਰੱਖੀ ਸੀ। ਉਹਨਾਂ ਲਈ ਜਿਹੋ ਜਿਹਾ ਹਾਕਮ ਸੀ ਉਹੋ ਜਿਹਾ ਮੈਂ ਸੀ। ਜਦੋਂ ਉਹ ਹਾਕਮ ਲਈ ਕੋਈ ਚੀਜ਼ ਲਿਆਉਂਦੇ, ਮੇਰਾ ਵੀ ਬਰਾਬਰ ਹੱਕ ਰੱਖਦੇ। ਇੱਕ ਵਾਰ ਫੂਆ ਨੇ ਨਵੇਂ ਕੱਪੜੇ ਲਿਆਂਦੇ। ਉਹ ਸਾਡੇ ਪਵਾ ਕੇ ਨਾਪ ਮਾਪਣ ਲੱਗ ਪਈ।
ਅਸੀਂ ਉਹਨਾਂ ਕੱਪੜਿਆਂ ਨਾਲ ਹੀ ਮਿੱਟੀ ਕੱਟੇ 'ਚ ਖੇਡਣ ਲੱਗ ਪਏ। ਭੂਆ ਕਲਪਦੀ ਰਹੀ ਸੀ, ਪਰ ਅਸੀਂ ਮੰਨਣ ਵਾਲੇ ਕਿੱਥੇ ਸੀ। ਪਿੰਡ ਵਾਲੇ ਲੋਕ ਸੱਥਰ ਤੇ ਇਕੱਠੇ ਹੋ ਰਹੇ ਸੀ। ਸਕੇ ਸੰਬੰਧੀ ਵਿਹੜੇ ਦੇ ਇੱਕ ਖੂੰਜੇ ਪਈਆਂ ਮੋਟੀਆਂ ਲੱਕੜਾਂ ਛਾਂਟ ਟਰਾਲੀ 'ਚ ਰੱਖਣ ਲੱਗੇ ਪਏ ਸੀ। ਸਭ ਰਿਸ਼ਤੇਦਾਰਾਂ ਸਕੇਰੀਆਂ 'ਚ ਭੂਆ ਦੇ ਚਲਾਣੇ ਬਾਰੇ ਫੋਨ ਖੜਕ ਚੁੱਕੇ ਸਨ। ਜਦੋਂ ਦੇ ਤੁਸੀਂ ਗਏ ਸੀ, ਉਸੇ ਦਿਨ ਤੋਂ ਬੇਬੇ ਥਿਵਣ ਲੱਗ ਪਈ ਸੀ। ਪਹਿਲਾ ਹਫ਼ਤਾ 10 ਦਿਨ ਤਾਂ ਚਾਹ ਰੋਟੀ ਵੀ ਚੱਜ ਨਾਲ ਨਹੀਂ ਖਾਧੀ। ਮੇਰੇ ਕੋਲ ਬੈਠਦਿਆਂ ਹਾਕਮ ਨੇ ਗੱਲ ਚਲਾਈ ਸੀ, ਕਹਿੰਦੀ ਰਹਿੰਦੀ ਸੀ ਮੇਰਾ ਪੇਕਾ ਘਰ ਸੁੰਨਾ ਹੋ ਗਿਆ। ਬਸ ਹਰ ਵੇਲੇ ਸੋਨੂੰ ਹੀ ਯਾਦ ਕਰਦੀ ਰਹਿੰਦੀ। ਹਾਂ, ਭੂਆ ਦਾ ਪੇਕਾ ਘਰ ਸੱਚਮੁੱਚ ਸੁੰਨਾ ਹੋ ਗਿਆ ਸੀ। ਬਾਪੂ ਤਾਂ ਬਹੁਤ ਸਾਲ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਜਦੋਂ ਕੁਲਦੀਪ ਆਈਲੈਟਸ ਕਰਕੇ ਕੈਨੇਡਾ ਦਾ ਜਹਾਜ਼ ਚੜਿਆ ਸੀ, ਬੇਬੇ ਉਹਦੇ ਫਿਕਰ ਤੇ ਵਿਛੋੜੇ ਕਾਰਨ ਹੀ ਜਾਂਦੇ ਰਾਹੀਆਂ ਨਾਲ ਰਲ ਗਈ ਸੀ। ਭੈਣ ਆਪਦੇ ਸਹੁਰੀ ਰੰਗੀ ਵਸਦੀ ਸੀ। ਪਿੱਛੇ ਰਹਿ ਗਏ ਸਾਂ ਮੈਂ ਤੇ ਰਮਨ। ਫੇਰ ਮੈਂ ਖੇਤ ਠੇਕੇ ਤੇ ਦੇਣ ਲੱਗ ਪਿਆ ਸੀ। ਖੇਤੀਬਾੜੀ ਦੇ ਸੰਦ ਮਾਲ ਡੰਗਰ ਵੀ ਵੇਚ ਵੱਟ ਦਿੱਤੇ। 2 ਕਨਾਲਾਂ 'ਚ ਪਾਇਆ ਘਰ ਸਾਡੇ ਦੋਵਾਂ ਜੀਆਂ ਦੇ ਹੁੰਦਿਆਂ ਵੀ ਪਾਪਾ ਕਰਦਾ। ਹਾਕਮ ਬੋਲੀ ਜਾ ਰਿਹਾ ਸੀ, ਹੁਣ ਮਹੀਨੇ ਕੁ ਦਾ ਤਾਂ ਬਸ ਬੌੜ ਫੁੱਟ ਗਿਆ ਸੀ। ਸਾਗਰ ਕਦੋਂ ਆਊ ਦਿਨ ਵਿੱਚ ਦੀ ਕਿੰਨੇ ਵਾਰੀ ਪੁੱਛਦੀ। ਹਾਕਮ ਦੀਆਂ ਗੱਲਾਂ ਸੁਣ ਕੇ ਮੈਨੂੰ ਭੂਆ ਦੇ ਕਹੇ ਆਖਰੀ ਬੋਲ ਕੁਝ ਸਮਝ ਆਉਣ ਲੱਗੇ। ਉਹਨਾਂ ਟੁੱਟਵੇਂ ਜਿਹੇ ਬੋਲਾਂ ਦੇ ਭਾਵ ਨੂੰ ਮੈਂ ਸਮਝਣ ਦਾ ਯਤਨ ਕਰਨ ਲੱਗ ਪਿਆ। ਹਾਕਮ, ਬਾਈ 1 ਮਿੰਟ ਗੱਲ ਸੁਣੀ। ਇੱਕ ਮੁੰਡੇ ਨੇ ਉਸ ਨੂੰ ਬੋਲ ਮਾਰ ਲਿਆ। ਮੈਂ ਇਕੱਲਾ ਰਹਿ ਗਿਆ। ਮੇਰੀ ਸੁਰਤ ਮੇਰੀ ਭੈਣ ਦੇ ਵਿਆਹ ਵਾਲੇ ਦਿਨ ਤੇ ਜਾ ਕੇ ਅਟਕ ਗਈ। ਪੁੱਤ ਵੀਰ ਦਾ ਭਤੀਜਾ ਮੇਰਾ ਨਿਊ ਜੜ ਪੇਕਿਆਂ ਦੀ 5 ਪੌੜੀਆਂ ਚੁਬਾਰਾ ਟੱਪ ਜਾਮਾ ਚੱਕ ਕੇ ਭਤੀਜੇ ਨੂੰ ਫੂਆ ਬੋਲੀ ਤੇ ਬੋਲੀ ਪਾਉਂਦੀ ਮੇਰੀ ਬਾਹ ਫੜ ਕੇ ਗਿੱਧੇ ਵਿੱਚ ਧਮਾਲਾ ਪਾ ਰਹੀ ਸੀ। ਉਹ ਕੱਲੀ ਹੀ ਨਾਨਕੇ ਮੇਲ ਨਾਲ ਮਡਿਕਦੀ ਮੇਰੀਆਂ ਮਾਮਿਆਂ ਨੂੰ ਦਬੱਲੀ ਫਿਰਦੀ ਸੀ। ਜਿਉਂਦਾ ਰਹੇ ਸੁੱਖ ਨਾਲ, ਕੀ ਹੋਇਆ ਬਾਈ ਮੁੱਕ ਗਿਆ। ਇਹ ਹੈਗਾ ਮੇਰੀ ਸਾਰੀ ਉਮਰ ਦਾ ਪੇਕਾ। ਗਿੱਧੇ ਮਗਰੋਂ ਨਾਨੀ ਨਾਲ ਗੱਲਾਂ ਕਰਦੀ ਫੂਆ ਦੀ ਆਵਾਜ਼ ਮੈਨੂੰ ਸੁਣੀ ਸੀ। ਹਾਂ ਭਾਈ, ਪੇਕੇ ਤਾਂ ਪੇਕੇ ਹੁੰਦੇ ਆ। ਮਰਨ ਮਗਰੋਂ ਸਿਵਾ ਟਕਣ ਤੱਕ ਵੀ ਧੀਆਂ ਆਪਦੇ ਪੇਕਿਆਂ ਨੂੰ ਡੀਕਦੀਆਂ। ਨਾਨੀ ਦਾ ਉਸ ਸਮੇਂ ਫੂਆ ਨੂੰ ਭਰਿਆ ਹੁੰਗਾਰਾ ਮੇਰੇ ਦਿਮਾਗ ਵਿੱਚ ਘੰਟੀ ਵਾਂਗ ਵੱਜਿਆ। ਫੂਆ ਦੇ ਕਹੇ ਆਖਰੀ ਬੋਲ ਮੈਨੂੰ ਸਮਝ ਆਉਣ ਲੱਗ ਪਏ ਸੀ। ਕੁਲਦੀਪ ਨੂੰ ਕੈਨੇਡਾ ਦੀ PR ਮਿਲ ਗਈ ਸੀ। ਉਸਨੇ ਮੈਨੂੰ ਤੇ ਰਮਨ ਨੂੰ ਕੈਨੇਡਾ ਘੁਮਾਉਣ ਲਈ ਸਪਾਂਸਰ ਕਰ ਦਿੱਤਾ ਸੀ। ਅਸੀਂ ਕੈਨੇਡਾ ਜਾਣ ਤੋਂ ਪਹਿਲਾਂ ਹੋਰ ਸਕੀਰੀਆਂ ਦੇ ਨਾਲ ਫੂਆ ਕੋਲ ਵੀ ਗਏ ਸੀ। ਫੂਆ ਖੁਸ਼ ਨਹੀਂ ਸੀ। ਮੈਨੂੰ ਸਮਝ ਨਹੀਂ ਆਉਂਦੀ। ਮੁਲਕ ਉੱਠ ਕੈਨੇਡਾ ਕਿਉਂ ਤੁਰੀ ਜਾਂਦਾ? ਤੁਸੀਂ ਆਪਦੇ ਕਨੀਨ ਦੇਖ ਲਓ। ਰੰਗ ਭਾਗ ਲੱਗੇ ਸੀ ਰੱਬ ਦਾ। ਦਿੱਤਾ ਸਾਰਾ ਕੁਛ ਸੀ ਆਪਦੇ ਘਰ। ਕੱਲ ਦਾ ਜਵਾਕ, ਕੱਲੀ ਕਹਿਰੀ ਜਾਨ ਚੜ੍ਹਾਤਾ ਜਹਾਜ਼। ਹੁਣ ਮਗਰੇ ਆਪ ਡਾਰੀ ਮਾਰਨ ਨੂੰ ਤਿਆਰ ਹੋਏ ਫਿਰਦੇ ਹੋ। ਫੂਆ ਨੇ ਖਾਸਾ ਵੱਡਾ ਨਿਹੋਰਾ ਮਾਰਿਆ ਸੀ। ਫੂਆ ਜ਼ਮਾਨੇ ਮੁਤਾਬਕ ਚੱਲਣਾ ਪੈਦਾ। ਨਿਆਣੇ ਮੰਨਦੇ ਨੀ ਮਾਂ ਬਾਪ ਦੀ। ਜਿਵੇਂ ਹਾਣੀ ਕਹਿੰਦੇ ਨੇ, ਉਮੀ ਤਿਆਰ ਹੋ ਜਾਂਦੇ ਐ। ਮੈਂ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਆਹੋ, ਮੰਨਦੇ ਨੀ ਇਹਨਾਂ ਦੇ ਨਿਆਣੇ ਰੋਜ਼ ਜਿਹੇ ਵਿੱਚ ਤੁਆਂ ਨੇ ਗੱਲ ਅਧੂਰੀ ਛੱਡ ਦਿੱਤੀ। ਅਸੀਂ ਤਾਂ ਫੂਆ ਬਸ ਘੁੰਮਣ ਫਿਰਨ ਹੀ ਜਾਣਾ, ਕੋਈ ਪੱਕਾ ਥੋੜੀ ਨਾ ਰਹਿਣਾ। 6 ਮਹੀਨਿਆਂ ਨੂੰ ਮੁੜ ਆਉਣਾ। ਰਮਨ ਨੇ ਫੂਆ ਦਾ ਰੋਸਾ ਠੀਕ ਕਰਨ ਦੀ ਇੱਛਾ ਨਾਲ ਸੱਚ ਬੋਲਿਆ। ਨਾ ਅੱਗੇ ਕੋਈ ਮੁੜ ਆਉਣਗੇ ਇਹ। ਫੂਆ ਕਾਫੀ ਗੁੱਸੇ ਵਿੱਚ ਬੋਲੀ ਸੀ। ਫੂਆ ਦੇ ਰੁੱਖੇ ਬੋਲਾਂ ਨਾਲ ਸਾਡੇ ਵਿਚਕਾਰ ਚੁੱਪੀ ਤਣ ਗਈ ਸੀ, ਤੇ ਕੁਝ ਸਮੇਂ ਬਾਅਦ ਫੂਆ ਨੇ ਆਪ ਹੀ ਚੁੱਪ ਤੋੜੀ ਸੀ। ਚਲੋ ਦੇਖ ਲਓ ਭਾਈ, ਮੈਂ ਕੌਣ ਹੁੰਨੀ ਆ, ਨੰਨਾ ਪਾਉਣ ਵਾਲੀ। ਫਿਰ ਵੀ ਮੈਂ ਤਾਂ ਚਾਹੁੰਦੀ ਸੀ ਮੇਰੇ ਜਿਉਂਦੇ ਜੀਅ ਤੱਕ ਤੁਸੀਂ ਰੁਕ ਜਾਂਦੇ। ਬੁੜੀਆਂ ਤਾਂ ਪਤਾ ਨਹੀਂ, ਬੁੜੀਆਂ ਤਾਂ ਤੇ ਅਗਲੀ ਗੱਲ ਕੀ ਸੀ ਜੋ ਫੂਆ ਨੇ ਪੂਰੀ ਨਹੀਂ ਕੀਤੀ ਸੀ। ਅਖੀਰ ਸਾਨੂੰ ਦੋਵਾਂ ਨੂੰ 100 ਤੋਂ 100 ਦੇ 2 ਨੋਟ ਫੜਾਉਣ ਦੀ ਬੋਲੀ ਸੀ। ਖੈਰ ਸੁਖ ਨਾਲ ਜਾਓ ਭਾਈ, ਰੰਗੀ ਵਸੋ। ਮੈਂ ਤਾਂ ਖਵਨੀ ਇੱਕ ਚੁੰਨੀ ਦੀ ਹਾਂ, ਕੀ ਖਵਨੀ ਨਾ। ਤੇ ਫੂਆ ਨੇ ਛੇਤੀ ਦੇਣੇ ਮੂੰਹ ਦੂਜੇ ਪਾਸੇ ਕਰ ਲਿਆ ਸੀ। ਫੇਰ ਵੀ ਅੱਖਾਂ ਰਾਹੀਂ ਛਲਕ ਆਇਆ, ਮਨ ਸਾਡੇ ਤੋਂ ਛਪਾਉਣ 'ਚ ਅਸਫਲ ਰਹੀ ਸੀ। ਨੀ ਸਾਨੂੰ ਕੱਲੇ ਛੱਡ ਕੇ ਕਿੱਥੇ ਵਾ ਗੀ ਨੀ, ਆਇਆਂ ਨੂੰ ਗੱਲ ਲਾਉਣ ਵਾਲੀਏ ਅਮੜੀਏ। ਭੈਣ ਹੋਰਾਂ ਦੇ ਅੰਬਰਾਂ ਨੂੰ ਪਾੜ ਦੇਣ ਵਾਲੇ ਵੈਣਾ ਨੇ ਮੇਰੀ ਸੁਰਤ ਫੇਰ ਫੂਆ ਦੇ ਸੱਥਰ ਤੇ ਲੈ ਆਂਦੀ ਸੀ। ਭੈਣ ਨੂੰ 2 ਔਰਤਾਂ ਖੱਬੇ ਸੱਜੇ ਬਾਹਾਂ ਤੋਂ ਫੜੀ ਫੂਆ ਦੇ ਮੰਜੇ ਤੱਕ ਲੈ ਆਈਆਂ। ਸੰਸਕਾਰ ਮਗਰੋਂ ਰਾਤ ਨੂੰ ਫੂਆ ਬਾਰੇ, ਉਹਦੇ ਸੁਭਾਅ ਬਾਰੇ ਗੱਲਾਂ ਚੱਲ ਪਈਆਂ। ਕਦੇ ਸਿਰ ਵੀ ਨਹੀਂ ਸੀ ਦੁਖਿਆ ਬੇਬੇ ਦਾ, ਵੀ ਕਿਵੇਂ ਦੁਖਦਾ ਹੁੰਦਾ। ਜੀਤ ਬੋਲ ਰਹੀ ਸੀ। ਚੰਗੀ ਖੁਰਾਕ ਸੀ, ਕੋਈ ਫਿਕਰ ਫਾਕਾ ਨਹੀਂ ਸੀ। ਪੋਤੇ ਪੋਤੀ ਨਾਲ ਦੋਸਤਾਂ ਵਾਂਗੂ ਰਹਿੰਦੀ। ਹਾਕਮ ਨੇ ਹੁੰਗਾਰਾ ਭਰਿਆ ਸੀ। ਕੇਰਾਂ ਗੁਆਂਢੀਆਂ ਦੀ ਫੂਆ ਆ ਗਈ ਬੇਬੇ ਨੂੰ ਮਿਲਣ।
ਹਿਰਦੇਪਾਲ ਨੇ ਵੀ ਆਪਣੀ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਸੀ ਤਾਂ ਬੇਬੇ ਤੋਂ ਛੋਟੀ, ਪਰ ਬੇਬੇ ਨੇ ਉਹਦੇ ਪੈਰੀ ਹੱਥ ਲਾਏ, ਫੇਰ ਜੱਫੀ ਪਾ ਕੇ ਮਿਲੀ ਜਾਣ ਤੇ ਫੇਰ ਬੇਬੇ ਉਹਦਾ ਮੋਢਾ ਪਲੋਸੀ ਜਾਵੇ। ਮੈਂ ਤੇ ਨਿੱਕੀ ਨੇ ਤਾਂ ਮਸਾਂ ਹੱਸੀ ਰੋਕੀ। ਹਿਰਦੇਪਾਲ ਦੀ ਗੱਲ ਸੁਣ ਕੇ ਸਾਰਿਆਂ ਦੇ ਚਿਹਰਿਆਂ ਤੇ ਥੋੜੀ ਥੋੜੀ ਮੁਸਕਰਾਹਟ ਆ ਗਈ। ਇਸ ਗੱਲ ਦੇ ਅਰਥ ਬਹੁਤ ਵੱਡੇ ਨੇ ਪੁੱਤ, ਮੈਂ ਸਮਝਦੇ, ਪਰ ਸੋਡੀ ਪੀੜ੍ਹੀ ਲਈ ਇਹ ਗੱਲ ਸਮਝ ਪਰੇ ਹੈ। ਹਿਰਦੇਪਾਲ ਤੇ ਨਿੱਕੀ ਇੱਕ ਦੂਜੇ ਵੱਲ ਹੈਰਾਨੀ ਨਾਲ ਝਾਕੇ। ਚਾਚਾ ਜੀ, ਸਾਨੂੰ ਵੀ ਸਮਝਾਓ, ਨਿੱਕੀ ਬੋਲੀ। ਨਹੀਂ ਪੁੱਤ, ਕਦੇ ਫੇਰ ਮਾਹੌਲ ਦੇਖ ਕੇ ਮੈਂ ਟਾਲਾ ਵੱਟਣਾ ਚਾਹਿਆ। ਫੇਰ ਭੁੱਲ ਜਾਵਾਂਗੇ ਚਾਚਾ, ਸਾਨੂੰ ਤਾਂ ਹੁਣੇ ਦੱਸੋ। ਹੁਣ ਹਿਰਦੇਪਾਲ ਨੇ ਜ਼ੋਰ ਪਾਇਆ। ਕਿਉਂ ਜਵਾਕਾਂ ਤੋਂ ਹਾੜੇ ਕਢਾਏ ਐ? ਜੋ ਕੁਛ ਪਤਾ ਤਾਂ ਦੱਸ ਦਿਓ। ਰਮਨ ਦੀ ਬੱਚਿਆਂ ਵੱਲ ਹੋ ਗਈ। ਹੁਣ ਤਾਂ ਦੱਸਣਾ ਹੀ ਪੈਣਾ ਸੀ। ਦੇਖੋ ਬਈ, ਸੋਡੇ ਗੁਆਂਢੀਆਂ ਦੀ ਭੂਆ ਤੇ ਸਾਡੀ ਭੂਆ ਦਾ ਰਿਸ਼ਤਾ ਸੀ। ਨਣਦ ਭਰਜਾਈ ਦਾ ਰਿਸ਼ਤਾ, ਨਣਦ ਜਾਣੀ ਪਤੀ ਦੀ ਭੈਣ ਆਪਦੀ ਭਰਜਾਈ ਤੋਂ ਰਿਸ਼ਤੇ 'ਚ ਵੱਡੀ ਥਾਂ ਲੱਗਦੀ ਆ, ਤਾਂ ਕਰਕੇ ਸੋਡੀ ਦਾਦੀ ਨੇ ਉਹਦੇ ਪੈਰੀ ਹੱਥ ਲਾਏ। ਮੈਂ ਪਹਿਲੀ ਗੱਲ ਕੀਤੀ ਅਤੇ ਗਲਵਕੜੀ, ਨਿੱਕੀ ਬੋਲੀ। ਜਦੋਂ ਥੋੜੀ ਦਾਦੀ ਇਸ ਘਰੇ ਵਿਆਹੀ ਆਈ ਹੋਣੀ ਤਾਂ ਉਸਦੀ ਸਭ ਤੋਂ ਨੇੜਲੀ ਸਹੇਲੀ ਇਹੀ ਭੂਆ ਬਣੀ ਹੋ। ਦੋ ਸਹੇਲੀਆਂ ਗਲਵਕੜੀ ਪਾ ਕੇ ਮਿਲਦੀਆਂ, ਇਹ ਨਣਦ ਭਰਜਾਈ ਵੀ ਸੀ ਤੇ ਸਹੇਲੀਆਂ ਵੀ। ਚਾਚਾ ਜਦੋਂ ਪੈਰੀ ਪੈਣਾ ਹੋ ਗਿਆ, ਗਲਵਕੜੀ ਪੈ ਗਈ। ਫੇਰ ਸਿਰ ਪਲੋਸਣਾ। ਹਿਰਦੇਪਾਲ ਨੇ ਆਪਦੀ ਗੱਲ ਅੱਧ ਵਿਚਾਲੇ ਛੱਡ ਦਿੱਤੀ। ਸਿਰ ਪਲੋਸਣਾ, ਹਾਂ, ਚੰਗੀਆਂ ਭਰਜਾਈਆਂ ਉਮਰੋਂ ਛੋਟੀ ਨਣਦ ਨੂੰ ਆਪਦੀ ਧੀ ਦੀ ਥਾਂ ਸਮਝਦੀਆਂ ਨੇ, ਭਾਵੇਂ ਕੁਛ ਮਹੀਨੇ ਹੀ ਸਹੀ। ਉਹ ਭੂਆ ਸੋਡੀ ਦਾਦੀ ਨਾਲੋਂ ਛੋਟੀ ਹੋਣੀ। ਹੁਣ ਤਾਂ ਵਿਚਲੀ ਗੱਲ ਲਾਹ ਸੀ। ਮੇਰੇ ਜਵਾਬ ਸੁਣ ਕੇ ਬੱਚੇ ਸੰਤੁਸ਼ਟ ਹੋ ਗਏ। ਏਡੀ ਛੇਤੀ ਜਾਣ ਵਾਲੀ ਹੈ ਨਹੀਂ ਸੀ ਭੂਆ। ਜਦੋਂ ਅਸੀਂ ਗਏ ਸੀ ਜਮਾ 9 ਵਰਨੋਂ ਸੀ। ਸਾਡੀ ਗੱਲ ਮੁੱਕੀ ਤੇ ਰਮਨ, ਜੀਤ ਤੇ ਭੈਣ ਵੱਲ ਚਾਕੀ। ਮੈਨੂੰ ਤਾਂ ਲੱਗਦਾ ਬਸ ਸੋਡੇ ਜਾਣ ਦੀ ਗੱਲ ਹੀ ਦਿਲ ਤੇ ਲਾ ਗਈ। ਖਾਣ ਪੀਣ ਘਟ ਗਿਆ, ਚੁੱਪਚਾਪ ਰਹਿਣ ਲੱਗ ਗਈ। ਜਵਾਕ ਬਥੇਰਾ ਛੇੜਦੇ, ਪਰ ਨਾ ਆਖੇ ਮੈਨੂੰ ਤੰਗ ਨਾ ਕਰੋ। ਮਹੀਨੇ ਡੇਢ ਮਹੀਨੇ 'ਚ ਤਾਂ ਮੌਜੇ ਤੇ ਬਹੇਗੀ। ਜੀਤ ਸਾਹ ਲੈਣ ਲਈ ਰੁਕੀ। ਉਸ ਦੀਆਂ ਗੱਲਾਂ ਤੋਂ ਮੈਨੂੰ ਭੂਆ ਦੇ ਆਖਰੀ ਬੋਲ ਕੁਝ ਨਾ ਕੁਝ ਸਪਸ਼ਟ ਹੋਣ ਲੱਗ ਪਏ। ਜੀਤ ਬੋਲੀ ਗਈ, ਹੁਣ ਤਾਂ ਮਹੀਨੇ ਕੁਦੀ ਨੇ ਇੱਕੋ ਰਟਨ ਫੜ ਲਿਆ ਸੀ। ਮੇਰੇ ਤਾਂ ਪੇਕਿਆਂ ਦਾ ਬਾਰ ਬੰਦ ਹੋ ਗਿਆ। ਮੇਰੇ ਤਾਂ ਮਰੀ ਤੋਂ ਵੀ ਨਹੀਂ ਕੋਈ ਆਉਣ ਵਾਲਾ। ਬਿੰਦੇ ਬਿੰਦੇ ਸੋਡਾ ਨਾਲ ਲੈ ਲੈ ਕੇ ਚੋਰਾ ਕਰਦੀ ਪੁੱਛੀ ਜਾਂਦੀ, ਸਾਗਰ ਤਾਂ ਨਹੀਂ ਮੁਰਦਾ ਹੁਣ ਕਨੇਡਿਓ? ਆਪਣੇ ਰਿਵਾਜ਼ ਹੈ ਨਾ ਬਈ, ਕਿਸੇ ਬੁੜੀ ਦੇ ਮਰਨ ਤੇ ਕਫਨ ਪੇਕਿਆਂ ਦਾ ਹੁੰਦਾ ਹੈ, ਨਹੀਂ ਤਾਂ ਕਹਿੰਦੇ ਐ ਵੀ ਰੂਹ ਦੀ ਗਤੀ ਨਹੀਂ ਹੁੰਦੀ ਮਰਨ ਮਗਰੋਂ। ਬੀਬੀ ਨੂੰ ਸੋਡੇ ਜਾਣ ਤੋਂ ਇਹੀ ਚੋਰਾ ਖਾ ਗਿਆ ਵੀ ਮੇਰੇ ਤਾਂ ਕੋਈ ਕਫਨ ਪਾਉਣ ਵਾਲਾ ਵੀ ਪੱਕੀ ਨਹੀਂ ਰਿਹਾ। ਮੇਰੀ ਤਾਂ ਰੂਹ ਭਟਕਦੀ ਰਹੂ। ਭੈਣ ਦੀ ਇਸ ਗੱਲ ਨਾਲ ਭੂਆ ਦੇ ਆਖਰੀ ਬੋਲਾਂ ਦੇ ਅਰਥ ਮੇਰੇ ਮਨ ਵਿੱਚ ਚਿੱਟੇ ਦਿਨ ਵਾਂਗ ਸਾਫ਼ ਹੋ ਗਏ। ਮੈਨੂੰ ਲੱਗਿਆ ਜਿਵੇਂ ਭੂਆ ਦੁਬਾਰਾ ਮੇਰੇ ਕੰਨ ਵਿੱਚ ਬੋਲੀ ਹੋਵੇ, ਤੁਸੀਂ ਆਗੇ ਭਾਈ, ਮੇਰਾ ਸਿਵਾ ਟਕਣ ਤੇ ਪੂਰੀ ਗੱਲ ਕੀਤੇ ਬਿਨਾਂ ਹੀ ਭੂਆ ਦੀ ਆਤਮਾ ਦੀ ਗਤੀ ਹੋ ਗਈ ਹੋਵੇ।